ਇਹਦੇ ਲਿਰਿਕਸ ਜੋ ਹੈ ਮੈਨੂੰ ਅੱਛੇ ਨਹੀਂ ਲੱਗੇ ਕਿਉਂਕਿ ਜਿਸ ਤਰ੍ਹਾਂ ਦਾ ਮੈਸੇਜ ਯੂਥ ਨੂੰ ਜਾ ਰਿਹਾ ਉਹ ਮੈਨੂੰ ਪਸੰਦ ਨਹੀਂ ਆਇਆ ਕਿ ਉਹਨਾਂ ਨੇ ਬੜਾ ਹੀ ਗਲੋਰੀਫਾਈ ਕਰਕੇ ਦੱਸਿਆ ਹੋਇਆ ਹੈ, ਬੜਾ ਹੀ ਵਧਾ ਚੜਾ ਕੇ ਜਿਸ ਤਰ੍ਹਾਂ ਹੈਗਾ ਕਿ ਅਗਰ ਤੁਹਾਡੇ ਤੇ ਕੋਈ ਕੇਸ ਹੋਇਆ ਹੈ, ਤੁਹਾਡੇ ਤੇ ਕੋਈ ਪਰਚਾ ਹੋਇਆ ਔਰ ਤੁਸੀਂ ਉਸ ਨੂੰ ਬੜਾ ਸ਼ਰੇਆਮ ਯੂਥ ਨੂੰ ਇਹ ਕਹਿ ਰਹੇ ਹੋ ਕਿ ਇਹ ਬੜੀ ਮਾਣ ਵਾਲੀ ਗੱਲ ਹੈ, ਜੋ ਕਿ ਬਿਲਕੁਲ ਸਹੀ ਨਹੀਂ ਹੈ। ਆਪਣੇ ਗੀਤਾਂ ਨੂੰ ਲੈ ਕੇ ਤੇ ਆਪਣੀਆਂ ਬੋਲਚਾਲ ਨੂੰ ਲੈ ਕੇ ਅਕਸਰ ਹੀ ਵਿਵਾਦਾਂ ਵਿੱਚ ਘਿਰੇ ਰਹਿਣ ਵਾਲੇ ਗਾਇਕ ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਵਿਵਾਦਾਂ ਦੇ ਵਿੱਚ ਘਿਰਿਆ ਆਪਣੇ ਨਵੇਂ ਗੀਤ ਨੂੰ ਲੈ ਕੇ। ਹਾਲ ਹੀ ਵਿੱਚ ਉਹਨਾਂ ਦਾ ਨਵਾਂ ਗੀਤ ਰਿਲੀਜ਼ ਹੋਇਆ ਜੱਟ ਉੱਤੇ ਕੇਸ, ਜਿਹੜਾ ਸੰਜੇ ਦੱਤ ਤੇ, ਉਹਨੂੰ ਲੈ ਕੇ ਜਿਹੜਾ ਹੈਗਾ ਕਾਫੀ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਪਹਿਲਾਂ ਹੀ ਉਹ ਹੈਗਾ ਕੇਸਾਂ ਦੇ ਵਿੱਚ ਘਿਰਿਆ ਹੋਇਆ ਹੈਗਾ ਇਸ ਵੇਲੇ। ਔਰ ਨਵਾਂ ਜਿਹੜਾ ਹੈਗਾ ਇਹਨੇ ਗੀਤ ਲਿਖ ਕੇ ਔਰ ਨਵਾਂ ਗੀਤ ਗਾ ਕੇ ਇੱਕ ਹੋਰ ਵਿਵਾਦ ਨੂੰ ਜਨਮ ਦੇ ਦਿੱਤਾ ਹੈਗਾ। ਜਿਹੜਾ ਨਵਾਂ ਗੀਤ ਇਹਦਾ ਰਿਲੀਜ਼ ਹੋਇਆ ਹੈਗਾ ਸੰਜੇ ਦੱਤ ਨੂੰ ਤੇ ਆਪਣੇ ਆਪ ਨੂੰ ਇਹਨੇ ਕੰਪੈਰੀਜ਼ਨ ਕੀਤਾ ਹੈਗਾ ਕਿ ਉਹਦੇ ਉੱਤੇ ਵੀ ਜਿਹੜਾ ਕੇਸ ਚੱਲ ਰਿਹਾ ਉਹ ਸੰਜੇ ਦੱਤ ਵਾਲਾ ਹੀ ਕੇਸ ਚੱਲ ਰਿਹਾ ਹੈਗਾ। ਤਾਂ ਜਿਹੜਾ ਗੀਤ ਦਾ ਵਿੱਚ ਵੀਡੀਓ ਕੀਤਾ ਗਿਆ, ਜੋ ਫਿਲਮਾਂਕਣ ਕੀਤਾ ਗਿਆ, ਜੋ ਉਹਦੀ ਐਡੀਟਿੰਗ ਕੀਤੀ ਗਈ ਹੈ, ਉਹਦੇ ਵਿੱਚ ਵੀ ਸੰਜੇ ਦੱਤ ਦੀਆਂ ਕਟੀਆਂ, ਆਪਣੀਆਂ ਕਟੀਆਂ ਔਰ ਆਪਣੇ AK-47 ਚਲਾਉਂਦੇ ਹੋਏ ਦੇ ਸ਼ਾਟ ਔਰ ਮੀਡੀਆ ਦੇ ਨਾਲ ਔਰ ਜੋ ਪੁਲਿਸ ਦੇ ਅੱਗੇ ਪੇਸ਼ ਹੁੰਦੇ ਹੋਏ ਉਹ ਸਾਰੇ ਸ਼ਾਟ ਜਿਹੜੇ ਹੈਗੇ ਨੇ ਉਹਦੇ ਵਿੱਚ ਪਾਏ ਹੋਏ ਨੇ। ਤਾਂ ਇੱਕ ਵਾਰ ਫਿਰ ਜਿਹੜਾ ਹੈਗਾ ਸਿੱਧੂ ਮੂਸੇਵਾਲਾ ਉਹ ਵਿਵਾਦਾਂ ਦੇ ਵਿੱਚ ਘਿਰਿਆ ਹੋਇਆ ਹੈ ਔਰ ਇਸ ਗੀਤ ਨੂੰ ਲੈ ਕੇ ਜੋ ਹੈਗਾ ਬੁੱਧੀਜੀਵੀ ਵਰਗ ਹੈ ਉਹ ਵੀ ਕਾਫੀ ਚਿੰਤਤ ਹੈ। ਔਰ ਅਗਰ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਉਹ ਸੋਸ਼ਲ ਮੀਡੀਆ ਦੇ ਉੱਤੇ ਇਸ ਗੱਲ ਦਾ ਵਿਰੋਧ ਕਰ ਰਹੇ ਨੇ। ਔਰ ਜੋ ਅਵਨੀਤ ਸਿੱਧੂ ਹੈ ਓਲੰਪੀਅਨ, ਔਰ ਹਾਲ ਹੀ ਦੇ ਵਿੱਚ ਉਹਨਾਂ ਦੀ ਪ੍ਰਮੋਸ਼ਨ ਵੀ ਹੋਈ ਹੈ ਸੁਪਰਿੰਟੈਂਡੈਂਟ ਆਫ ਪੁਲਿਸ, ਤਾਂ ਉਹ ਸਾਡੇ ਦਰਮਿਆਨ ਨੇ। ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਇਸ ਗੀਤ ਦਾ ਜਿਹੜਾ ਹੈਗਾ ਸ਼ਰੇਆਮ ਵਿਰੋਧ ਕੀਤਾ ਹੈ ਔਰ ਆਪਾਂ ਜਿਹੜਾ ਹੈਗਾ ਤੁਹਾਡੇ ਨਾਲ ਕਰਦੇ ਹਾਂ ਤਾਰਫ ਕਰਾ ਰਿਹਾ ਮੈਂ ਅਵਨੀਤ ਸਿੱਧੂ ਜੀ ਦਾ। ਅਵਨੀਤ ਜੀ, ਤੁਹਾਡਾ ਦੈਨਿਕ ਜਾਗਰਣ ਵਿੱਚ ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ, ਥੈਂਕ ਯੂ। ਤੁਸੀਂ ਜਿਹੜਾ ਹੈਗਾ ਸਿੱਧੂ ਮੂਸੇਵਾਲਾ ਦਾ ਜੋ ਗੀਤ ਰਿਲੀਜ਼ ਹੋਇਆ ਹੈਗਾ ਉਹਦੇ ਉੱਤੇ ਤੁਸੀਂ ਪ੍ਰਤੀਕਿਰਿਆ ਜ਼ਾਹਰ ਕੀਤੀ ਹੈਗੀ ਹੈ, ਤਾਂ ਉਹ ਜੋ ਪ੍ਰਤੀਕਿਰਿਆ ਤੁਸੀਂ ਜ਼ਾਹਰ ਕੀਤੀ ਹੈ ਥੋੜ੍ਹੀ ਉਹਦੇ ਬਾਰੇ ਜਾਣਕਾਰੀ ਦਿਓ। ਹਾਂਜੀ, ਕੱਲ੍ਹ ਜਾਂ ਪਰਸੋਂ ਇਹਨਾਂ ਦਾ ਇਹ ਗਾਣਾ ਰਿਲੀਜ਼ ਹੋਇਆ ਔਰ ਜਦੋਂ ਮੈਂ ਸੁਣਿਆ ਤਾਂ ਮੈਨੂੰ ਇਹਦੇ ਲਿਰਿਕਸ ਜੋ ਸੀਗੇ, ਮੈਂ 2 ਵਾਰ ਗਾਣਾ ਸੁਣਿਆ ਉਸਨੂੰ ਸਮਝਣ ਲਈ ਕਿ ਉਹ ਕਹਿ ਕੀ ਰਿਹਾ ਹੈਗਾ। ਸੋ ਇਹਦੇ ਲਿਰਿਕਸ ਜੋ ਹੈ ਮੈਨੂੰ ਅੱਛੇ ਨਹੀਂ ਲੱਗੇ ਕਿਉਂਕਿ ਜਿਸ ਤਰ੍ਹਾਂ ਦਾ ਮੈਸੇਜ ਯੂਥ ਨੂੰ ਜਾ ਰਿਹਾ ਉਹ ਮੈਨੂੰ ਪਸੰਦ ਨਹੀਂ ਆਇਆ ਕਿ ਉਹਨਾਂ ਨੇ ਬੜਾ ਹੀ ਗਲੋਰੀਫਾਈ ਕਰਕੇ ਦੱਸਿਆ ਹੋਇਆ ਹੈ, ਬੜਾ ਹੀ ਵਧਾ ਚੜਾ ਕੇ, ਜਿਸ ਤਰ੍ਹਾਂ ਕਿ ਕਿਸੇ ਦੇ ਕੋਈ ਕੇਸ ਹੁੰਦਾ ਹੈ ਤਾਂ ਬੜੇ ਮਾਣ ਵਾਲੀ ਗੱਲ ਹੈ ਔਰ ਇਸ ਤਰ੍ਹਾਂ ਨਾਲ ਪੇਸ਼ ਕੀਤਾ ਗਿਆ ਜੋ ਕਿ ਬਹੁਤ ਹੀ ਗਲਤ ਹੈ। ਔਰ ਜਿਸ ਤਰ੍ਹਾਂ ਗਾਣੇ ਦੇ ਐਂਡ ਵਿੱਚ ਉਹਨਾਂ ਨੇ ਕਿਹਾ ਹੈਗਾ ਕਿ ਬਾਕੀ ਤਾਂ ਐਵੇਂ ਹੀ ਤੁਰੇ ਫਿਰਦੇ ਆ, ਅਸਲੀ ਮਰਦਾਂ 'ਤੇ ਤਾਂ ਕੇਸ ਹੁੰਦੇ ਆ। ਸੋ ਉਹ ਬਹੁਤ ਹੀ ਗਲਤ ਮੈਸੇਜ ਹੈ ਔਰ ਇੰਨੇ ਵੱਡੇ ਸਿੰਗਰ ਨੂੰ ਜਿਸ ਦੀ ਇੰਨੀ ਜ਼ਿਆਦਾ ਪੋਪੂਲੈਰਿਟੀ ਹੈ ਅਤੇ ਸਾਰੀ ਦੁਨੀਆ ਵਿੱਚ ਫੈਨ ਫੋਲੋਇੰਗ ਉਹਨਾਂ ਦੀ, ਇੱਕ ਰਿਸਪੋਂਸਿਬਿਲਿਟੀ, ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕੀ ਮੈਸੇਜ ਆਪਣੇ ਫੈਨਸ ਨੂੰ ਦੇ ਰਹੇ ਆ ਜਾਂ ਆਪਣੇ ਵੈਲ ਵਿਸ਼ਰਸ ਨੂੰ ਦੇ ਰਹੇ ਆ। ਸੋ ਇਸ ਕਰਕੇ ਮੈਨੂੰ ਇਸ ਗਾਣੇ 'ਤੇ ਬੋਲਾਂ 'ਤੇ ਇਤਰਾਜ਼ ਸੀ। ਇਹ ਕਿਉਂਕਿ ਸਿੱਧੂ, ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ, ਸਿੱਧੂ ਮੂਸੇਵਾਲਾ ਅਕਸਰ ਹੀ ਆਪਣੇ ਗੀਤਾਂ ਨੂੰ ਲੈ ਕੇ ਔਰ ਆਪਣੀ ਸ਼ਬਦਾਵਲੀ ਨੂੰ ਲੈ ਕੇ, ਆਪਣੇ ਅੰਦਾਜ਼ ਨੂੰ ਲੈ ਕੇ ਔਰ ਆਪਣੀ ਬੋਲਚਾਲ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਰਹਿੰਦੇ ਹੈਗੇ ਆ। ਔਰ ਤੁਸੀਂ ਜਿਹੜਾ ਹੈਗਾ ਆਪਣਾ ਪਹਿਲਾਂ ਵੀ ਇਹਨਾਂ ਦੇ ਸਾਰੇ ਗੀਤ ਸੁਣੇ, ਇਸ ਤੋਂ ਪਹਿਲਾਂ ਇਹਨਾਂ ਨੇ ਪੁਲਿਸ ਮੁਲਾਜ਼ਮਾਂ ਦੇ ਨਾਲ ਔਰ ਅਫਸਰਾਂ ਦੇ ਨਾਲ ਇਹਨਾਂ ਨੇ ਜਾਰੀ ਦੀ ਗੱਲ ਵੀ ਕੀਤੀ ਹੈ। ਔਰ ਇਹ ਵੀ ਗੱਲ ਸਾਹਮਣੇ ਆਉਂਦੀ ਹੈਗੀ ਹੈ ਕਿ ਜਿਹੜੇ ਹੈਗੇ ਆਫੀਸਰ ਹੈਗੇ ਨੇ ਉਹ ਕੁਛ ਨਾ ਕੁਛ ਜੋ ਸੈਲੀਬ੍ਰਿਟੀ ਦੇ ਨਾਲ ਲਿਹਾਜ਼ ਰੱਖ ਜਾਂਦੇ ਹੈਗੇ ਨੇ, ਉਹ ਚਾਹੇ ਸਿਵਲ ਦੇ ਨੇ ਔਰ ਚਾਹੇ ਪੁਲਿਸ ਦੇ ਹੈਗੇ ਨੇ। ਤਾਂ ਔਰ ਇਸ ਮਾਮਲੇ ਦੀ ਗੱਲ ਕਰੀਏ, ਜਿਹੜਾ ਹੈਗਾ ਕਰੰਟ ਜੋ ਉਹਨਾਂ 'ਤੇ ਚੱਲ ਰਿਹਾ ਸੀ, ਉਹਦਾ ਕੀ ਸਟੇਟਸ ਹੈ, ਉਹਦੇ ਬਾਰੇ ਜਾਣਕਾਰੀ ਦਿਓ। ਉਸ ਬਾਰੇ ਮੈਂ ਜ਼ਿਆਦਾ ਕੁਛ ਨਹੀਂ ਕਹਿ ਸਕਦੀ ਕਿਉਂਕਿ ਮੇਰੀ ਕੋਈ ਡਾਇਰੈਕਟ ਲਿੰਕ ਜਾਂ ਨੌਲੇਜ ਨਹੀਂ ਹੈਗੀ ਹੈ ਮੈਨੂੰ, ਪਰ ਮੈਨੂੰ ਸਿਰਫ ਜੋ ਕੰਸਰਨ ਸੀਗਾ ਮੇਰਾ ਸਿਰਫ ਇਹ ਸੀਗਾ ਇਸ ਗਾਣੇ ਨੂੰ ਲੈ ਕੇ ਜੋ ਕੱਲ੍ਹ ਉਹਨਾਂ ਨੇ ਕੱਢਿਆ ਹੈਗਾ ਕਿ ਅਗਰ ਤੁਹਾਡੇ 'ਤੇ ਕੋਈ ਕੇਸ ਹੋਇਆ ਹੈ, ਤੁਹਾਡੇ 'ਤੇ ਕੋਈ ਪਰਚਾ ਹੋਇਆ ਔਰ ਤੁਸੀਂ ਉਸ ਨੂੰ ਬੜਾ ਸ਼ਰੇਆਮ ਯੂਥ ਨੂੰ ਇਹ ਕਹਿ ਰਹੇ ਹੋ ਕਿ ਇਹ ਬੜੀ ਮਾਣ ਵਾਲੀ ਗੱਲ ਹੈ, ਜੋ ਕਿ ਬਿਲਕੁਲ ਸਹੀ ਨਹੀਂ ਹੈ। ਅਗਰ ਤੁਸੀਂ ਯੂਥ ਨੂੰ ਮੋਟੀਵੇਟ ਵੀ ਕਰਨਾ, ਅਗਰ ਤੁਹਾਨੂੰ ਹਥਿਆਰਾਂ ਦਾ ਸ਼ੌਂਕ ਵੀ ਹੈ, ਮੈਂ ਇਹ ਵੀ ਨਹੀਂ ਕਹਿੰਦੀ ਕਿ ਪੰਜਾਬ ਦਾ ਕਲਚਰ ਹੀ ਐਵੇਂ ਦਾ, ਸਾਨੂੰ ਸਭ ਨੂੰ ਹਥਿਆਰਾਂ ਦਾ ਸ਼ੌਂਕ ਹੈ ਔਰ ਸਾਰਿਆਂ ਦੇ ਘਰਾਂ ਵਿੱਚ ਲਾਇਸੈਂਸੀ ਹਥਿਆਰ ਰੱਖੇ ਹੋਏ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਪਰ ਅਗਰ ਤੁਸੀਂ ਹਥਿਆਰਾਂ ਨੂੰ ਪ੍ਰਮੋਟ ਹੀ ਕਰਨਾ ਤਾਂ ਤੁਸੀਂ ਉਸ ਨੂੰ ਕਿਸੇ ਹੋਰ ਤਰੀਕੇ ਨਾਲ ਕਰ ਸਕਦੇ ਹੋ। ਅਗਰ ਹੁਣ ਆਪਾਂ ਸਾਡੀ ਸਪੋਰਟਸ ਦੀ ਗੱਲ ਕਰ ਲਓ, ਮੈਂ ਸ਼ੂਟਰ ਹਾਂ, ਸਾਡੇ ਨਾਲ ਦੇ ਬਹੁਤ ਸਾਰੇ ਸ਼ੂਟਰਸ ਹੈ, ਅਸੀਂ ਵੀ ਹਥਿਆਰਾਂ ਨੂੰ, ਅਗਰ ਸਾਨੂੰ ਵੀ ਹਥਿਆਰਾਂ ਦਾ ਸ਼ੌਂਕ ਸੀ ਤਾਂ ਅਸੀਂ ਇਸ ਗੇਮ ਵੱਲ ਆਏ।
ਪਰ ਅਸੀਂ ਉਸ ਨੂੰ ਇੱਕ ਪੋਜ਼ਿਟਿਵ ਤਰੀਕੇ ਨਾਲ ਲਿਆ। ਅਸੀਂ ਦੇਸ਼ ਲਈ ਮੈਡਲ ਜਿੱਤੇ ਹੈ, ਮਿਹਨਤ ਕੀਤੀ ਹੈ, 10 ਸਾਲ 15 ਸਾਲ 20 ਸਾਲ ਮਿਹਨਤ ਕਰਕੇ ਅਸੀਂ ਇੱਕ ਵੈਪਨ ਚਲਾਉਣੇ ਆ, ਉਸ 'ਚ ਐਕਸਪਰਟ ਬਣਦੇ ਆ ਔਰ ਫਿਰ ਅਸੀਂ ਜਾ ਕੇ ਮੈਡਲ ਜਿੱਤਦੇ ਆ। ਔਰ ਉਹਦੇ ਵਿੱਚ ਇੱਕ ਪੋਜ਼ਿਟਿਵ ਮੈਸੇਜ ਤੁਹਾਡਾ ਜਾਂਦਾ। ਅਗਰ ਤੁਸੀਂ ਆਪਣੀ ਵੀਡੀਓ ਵੀ ਬਣਾ ਰਹੇ ਹੋ, ਅਗਰ ਤੁਸੀਂ ਕਿਸੇ ਹਥਿਆਰ ਦੀ ਵੀ ਗੱਲ ਕਰ ਰਹੇ ਹੋ, ਤਾਂ ਉਸ ਨੂੰ ਤੁਸੀਂ ਇੱਕ ਸਪੋਰਟ ਦੇ ਤਰੀਕੇ ਨਾਲ ਵੀ ਪੇਸ਼ ਕਰ ਸਕਦੇ ਹੋ ਕਿ ਹਥਿਆਰਾਂ ਦਾ ਯੂਜ਼ ਸਿਰਫ ਫੁਕਰਾਪੰਤੀ ਕਰਨ 'ਚ ਜਾਂ ਆਪਣੀ ਜੇਬ 'ਚ ਪਾ ਕੇ ਰੱਖਣ ਨਾਲ ਨਹੀਂ ਹੁੰਦਾ ਗਾ। ਉਸ ਦਾ ਇੱਕ ਹੋਰ ਵੀ ਮਕਸਦ ਹੈ, ਤੁਸੀਂ ਆਪਣੇ ਦੇਸ਼ ਲਈ ਮੈਡਲ ਜਿੱਤ ਸਕਦੇ ਹੋ, ਆਪਣੇ ਦੇਸ਼ ਦਾ, ਆਪਣੇ ਸੂਬੇ ਦਾ, ਆਪਣੇ ਪਿੰਡ ਦਾ ਨਾਂ ਉਸ ਤਰ੍ਹਾਂ ਵੀ ਰੌਸ਼ਨ ਕਰ ਸਕਦੇ ਹੋ। ਜਿਸ ਤਰ੍ਹਾਂ ਗੀਤਾਂ ਦੇ ਵਿੱਚ ਪਹਿਲਾਂ ਜੱਟਵਾਦ ਭਾਰੂ ਰਿਹਾ ਤੇ ਔਰ ਇਸ ਤੋਂ ਬਾਅਦ ਜਿਹੜਾ ਹੈਗਾ ਦੌਰ ਉਹ ਚੱਲ ਰਿਹਾ ਹਥਿਆਰਾਂ ਦਾ, ਤਾਂ ਜਿਨ੍ਹਾਂ ਹੱਥਾਂ ਦੇ ਵਿੱਚ ਜਿਨ੍ਹਾਂ ਗਾਇਕਾਂ ਦੇ ਹੱਥਾਂ ਦੇ ਵਿੱਚ ਤੂੰਬੀਆਂ ਹੋਣੇ ਚਾਹੀਦੀਆਂ ਸੀ, ਡਫਲੀ ਹੋਣੀ ਚਾਹੀਦੀ ਸੀ, ਤਾਂ ਉਹ ਸਾਰੇ ਜਿਹੜੇ ਹੈਗੇ ਨੇ ਇਸ ਵੇਲੇ ਪ੍ਰਚਾਰ ਕਰ ਰਹੇ ਹੈਗੇ ਨੇ ਹਥਿਆਰਾਂ ਦਾ। ਕੋਈ ਪਿਸਟਲ ਚੱਕੀ ਘੁੰਮ ਰਿਹਾ, ਕੋਈ ਰਾਈਫਲ ਲੈ ਕੇ ਘੁੰਮ ਰਿਹਾ, ਅਤੇ ਮਤਲਬ ਇਹੋ ਜਿਹਾ ਮੇਰੇ ਹਿਸਾਬ ਨਾਲ ਅਗਰ 100 ਗੀਤ ਰਿਲੀਜ਼ ਹੁੰਦਾ ਹੈ ਤਾਂ 95 ਗੀਤਾਂ ਦੇ ਵਿੱਚ ਜਿਹੜਾ ਹੈਗਾ ਉਹ ਫਾਇਰਿੰਗ ਕਰਦੇ, ਮਰਡਰ ਕਰਦੇ, ਇਸ ਤਰ੍ਹਾਂ ਦੇ ਦਾ ਸ਼ੋਅ ਕੀਤਾ ਜਾਂਦਾ ਹੈ। ਤਾਂ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਤੁਸੀਂ ਦੇਸ਼ ਲਈ ਮੈਡਲ ਜਿੱਤੇ, ਤੁਸੀਂ ਵੀ ਸ਼ੂਟਿੰਗ ਦੇ ਵਿੱਚ ਹੈਗੇ ਹੋ, ਤਾਂ ਇਹਨਾਂ ਨੇ ਜਿਹੜਾ ਹੈਗਾ ਗਲਤ ਉਪਯੋਗ ਕੀਤਾ ਹੈਗਾ ਨੌਜਵਾਨਾਂ ਨੂੰ, ਕਿਉਂਕਿ ਜਦੋਂ ਕੋਈ ਵੀ ਬੰਦਾ ਉੱਪਰ ਉੱਠਦਾ ਹੈਗਾ ਤਾਂ ਸਮਾਜ ਦੇ ਪ੍ਰਤੀ ਉਹਨਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈਗੀ ਹੈ ਕਿ ਲੋਕਾਂ ਨੂੰ ਅਵੇਅਰ ਕਰਨ ਦੀ। ਤਾਂ ਤੁਸੀਂ ਜਿਸ ਤਰ੍ਹਾਂ ਦੀ ਗੱਲ ਕੀਤੀ, ਤੁਸੀਂ ਰਾਈਫਲ ਸ਼ੂਟਰ ਹੋ, ਤੁਸੀਂ ਐਜ ਏ ਸ਼ੂਟਰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਯੂਥ ਨੂੰ? ਦੇਖੋ, ਮੈਂ ਇਹ ਮੈਸੇਜ ਦੇਣਾ ਚਾਹੂੰਗੀ ਕਿ ਜਿਸ ਤਰ੍ਹਾਂ ਇਹ ਗਲਤ ਪ੍ਰੋਪਾਗੈਂਡਾ ਕਰ ਰਿਹਾ ਹਥਿਆਰਾਂ ਦਾ, ਤਾਂ ਜ਼ਰੂਰੀ ਨਹੀਂ ਹੈ। ਯੂਥ ਬੜਾ ਸੈਂਸਿਟਿਵ ਹੁੰਦਾ ਹੈਗਾ। ਯੂਥ 'ਤੇ ਆਪਾਂ ਇੱਕ ਗਾਣੇ ਨੂੰ ਬਾਰ-ਬਾਰ ਸੁਣ ਰਹੇ ਹਾਂ ਤਾਂ ਕਿਤੇ ਨਾ ਕਿਤੇ 5% 10% ਜਾਂ ਕੋਈ ਕਿਸੇ ਨੂੰ ਜ਼ਿਆਦਾ ਸ਼ੌਂਕ ਹੈ ਤਾਂ ਉਸ 'ਤੇ ਜ਼ਿਆਦਾ ਇਫੈਕਟ ਕਰਦਾ, ਇਸ ਚੀਜ਼ ਦੀ ਸਾਈਕੀ 'ਤੇ ਇਫੈਕਟ ਕਰਦਾ ਕਿ ਹਥਿਆਰ ਰੱਖ ਕੇ ਫਿਰ ਉੱਚੀ ਉੱਚੀ ਗਾਣੇ ਚਲਾਉਣਾ, ਅਤੇ ਮੈਨੂੰ ਬੜਾ ਮੇਰੇ ਲਈ ਬੜੀ ਮਾਣ ਵਾਲੀ ਗੱਲ ਹੈ। ਸੋ ਮੈਂ ਯੂਥ ਨੂੰ ਇਹ ਕਹੂੰਗੀ, ਔਰ ਮੈਂ ਸਿੱਧੂ ਮੂਸੇਵਾਲੇ ਨੂੰ ਵੀ ਇਹੀ ਕਹਿਣਾ ਚਾਹੂੰਗੀ, ਜਾਂ ਜਿਵੇਂ ਵੀ ਇਹਨਾਂ ਦੇ ਹੋਰ, ਇਹ ਪਹਿਲਾ ਗਾਣਾ ਨਹੀਂ ਹੈ ਜੋ ਹਥਿਆਰਾਂ 'ਤੇ ਲਿਖਿਆ ਗਿਆ। ਇਸ ਤੋਂ ਪਹਿਲਾਂ ਬਹੁਤ ਸਾਰੇ ਗਾਣੇ ਹਥਿਆਰਾਂ 'ਤੇ ਲਿਖੇ ਗਏ ਆ ਔਰ ਹਮੇਸ਼ਾ ਹੀ, ਪਰ ਕਈ ਵਾਰ ਇੱਕ ਹੱਦ ਕ੍ਰੋਸ ਹੋ ਜਾਂਦੀ ਹੈ। ਜਿਸ ਤਰ੍ਹਾਂ ਆਪਣੇ ਕੇਸ ਨੂੰ ਲੈ ਕੇ ਸੰਜੇ ਦੱਤ ਨਾਲ ਕੰਪੇਅਰ ਕਰਕੇ ਇਸ ਗਾਣੇ ਦੇ ਬੋਲ ਲਿਖੇ ਗਏ ਔਰ ਐਂਡ ਵਿੱਚ ਜੋ 2-3 ਲਾਈਨਸ ਕਹੀਆਂ ਗਈਆਂ, ਜਿਸ ਤਰ੍ਹਾਂ ਕਿ ਇੱਕ ਲਿਮਿਟ ਕ੍ਰੋਸ ਹੋ ਜਾਂਦੀ ਹੈ। ਸੋ ਜਦੋਂ ਅਸੀਂ ਗਾਣੇ ਸੁਣ ਰਹੇ ਹਾਂ, ਜਦੋਂ ਸਾਡੀ ਵੀ ਇੱਕ ਪੇਸ਼ੈਂਸ ਦੀ ਹੱਦ ਹੁੰਦੀ ਹੈ ਕਿ ਅਸੀਂ ਕਦੋਂ ਤੱਕ ਟੋਲਰੇਟ ਕਰ ਸਕਦੇ ਹਾਂ। ਸੋ ਜਦੋਂ ਲੱਗਦਾ ਕਿ ਇਹ ਜ਼ਿਆਦਾ ਹੋ ਗਿਆ ਤਾਂ ਉੱਥੇ ਬੋਲਣਾ ਵੀ ਜ਼ਰੂਰੀ ਹੈ, ਕਿਉਂਕਿ ਜਿਸ ਤਰ੍ਹਾਂ ਸਿੱਧੂ ਮੂਸੇਵਾਲੇ ਨੂੰ ਲੋਕ ਸੁਣਦੇ ਹੈ, ਉਹਦੀ ਇਹ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਉਹ ਲੋਕਾਂ ਨੂੰ ਸਹੀ ਮੈਸੇਜ ਦੇ। ਅਗਰ ਅੱਜ ਮੈਂ ਇੱਕ ਪੋਸਟ ਲਿਖੀ ਸੀ, ਮੈਨੂੰ ਨਹੀਂ ਪਤਾ ਸੀ ਕਿ ਇਸ ਪੋਸਟ ਨੂੰ ਇੰਨਾ ਉਹ ਮਿਲ ਜੂਗਾ, ਪਰ ਮੈਂ ਇੱਕ ਸਿੰਪਲ ਪੋਸਟ ਲਿਖੀ ਸੀ, ਪਰ ਕਿਉਂਕਿ ਮੇਰੇ ਨਾਲ ਬਹੁਤ ਸਾਰੇ ਲੋਕ ਜੁੜੇ ਹੋਏ ਆ ਤਾਂ ਮੇਰੀ ਆਵਾਜ਼ ਮੈਟਰ ਕਰਦੀ ਹੈ। ਇਸ ਕਰਕੇ ਤੁਸੀਂ ਵੀ ਅੱਜ ਮੇਰੇ ਕੋਲ ਆਏ ਹੋ, ਇਸ ਕਰਕੇ ਉਸ ਦੀ ਵੀ ਆਵਾਜ਼ ਮੈਟਰ ਕਰਦੀ ਹੈ। ਉਸਦੇ ਤਾਂ ਕਰੋੜਾਂ ਫੋਲੋਅਰਸ ਹੈ। ਸੋ ਇਹ ਜ਼ਰੂਰੀ ਹੈ ਕਿ ਉਹ ਆਪਣੇ ਫੋਲੋਅਰਸ ਨੂੰ ਸਹੀ ਮੈਸੇਜ ਦੇ। ਔਰ ਯੂਥ ਵੀ, ਬਹੁਤ ਸਾਰੇ ਯੂਥ ਨੂੰ ਜਸਟੀਫਾਈ ਕਰਨਗੇ ਕਿ ਤੁਸੀਂ ਗਲਤ ਕੀਤਾ ਹੈ ਜਾਂ ਤੁਸੀਂ ਉਹਦੇ ਖਿਲਾਫ ਗਲਤ ਬਿਆਨਬਾਜ਼ੀ ਦਿੱਤੀ ਹੈ, ਪਰ ਮੈਂ ਕਹਿੰਦੀ ਹਾਂ ਵੀ ਐਂਟਰਟੇਨਮੈਂਟ ਦੇ ਨਾਮ 'ਤੇ ਐਂਟਰਟੇਨਮੈਂਟ ਕਰਨ ਦੇ ਹੋਰ ਵੀ ਬਹੁਤ ਸਾਰੇ ਜ਼ਰੀਏ ਆ। ਆਪਣੇ ਪੰਜਾਬ ਦੇ ਕਲਚਰ ਵਿੱਚ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹਨਾਂ ਨੂੰ ਆਪਾਂ ਪ੍ਰਮੋਟ ਕਰ ਸਕਦੇ ਹਾਂ, ਸਿਰਫ ਗਨਜ਼ ਨਹੀਂ ਹੈਗੀਆਂ। ਔਰ ਹੋਰ ਵੀ ਬਹੁਤ ਸਾਰੇ ਰੀਅਲ ਹੀਰੋਜ਼ ਹੈ ਜਿਨ੍ਹਾਂ ਨੇ ਬਹੁਤ ਚੰਗੇ ਵੱਡੇ ਉਪਲਬਧੀਆਂ ਕੀਤੀਆਂ, ਵੱਡੇ ਕੰਮ ਕੀਤੇ ਆ। ਸੋ ਅਗਰ ਤੁਸੀਂ ਕੋਈ ਗਾਣਾ, ਅਗਰੈਸਿਵ ਗਾਣਾ ਲਿਖਣਾ ਵੀ ਹੈ, ਤੁਸੀਂ ਦੱਸਣਾ ਵੀ ਹੈ ਵੀ ਪੰਜਾਬੀ ਬੜੇ ਅੱਗੇ ਹੈ ਕਿਸੇ ਫੀਲਡ ਵਿੱਚ, ਤਾਂ ਉਸ ਤਰ੍ਹਾਂ ਦੇ ਗਾਣੇ ਲਿਖੋ, ਉਸ ਤਰ੍ਹਾਂ ਦੀਆਂ ਵੀਡੀਓਜ਼ ਬਣਾਓ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਆਪਣੇ ਜਿਹੜੇ ਹਥਿਆਰ ਹੈਗੇ ਨੇ ਉਹ ਜਾਂ ਤਾਂ ਆਰਮਡ ਫੋਰਸਿਸ ਦੇ ਹੱਥਾਂ 'ਚ ਸੋਹਣੇ ਲੱਗਦੇ ਹੈਗੇ ਆ, ਔਰ ਜਾਂ ਜਿਸ ਤਰ੍ਹਾਂ ਤੁਸੀਂ ਹੈਗੇ ਜਿਵੇਂ ਓਲੰਪਿਕ ਦੇ ਵਿੱਚ ਪਹੁੰਚੇ ਹੈਗੇ ਹੋ ਸ਼ੂਟਿੰਗ ਦੇ ਵਿੱਚ, ਉਹਨਾਂ ਦੇ ਹੱਥਾਂ ਸੋਹਣੇ ਲੱਗਦੇ ਹੈਗੇ ਆ। ਜੋ ਸਿੰਗਰ ਨੇ, ਸਿੰਗਰਾਂ ਦੇ ਹੱਥਾਂ ਦੇ ਵਿੱਚ ਜੋ ਸਾਜ਼ ਹੈਗੇ ਨੇ ਉਹੀ ਸੋਹਣੇ ਲੱਗਦੇ ਹੈਗੇ ਨੇ। ਔਰ ਜੋ ਸਿੱਧੂ ਮੂਸੇ ਵਾਲੇ ਦੀ ਤਰ੍ਹਾਂ ਜਿਹੜੇ ਹੋਰ ਸਿੰਗਰ ਜਿਹੜੇ ਹੈਗੇ ਨੇ ਇਸ ਤਰ੍ਹਾਂ ਦੇ, ਜੋ ਅਸਲ ਦੇ ਵਿੱਚ ਆਪਣੇ TRP ਵਧਾਉਣ ਦੇ ਲਈ, ਆਪਣੀ ਪਾਪੂਲੈਰਿਟੀ ਵਧਾਉਣ ਦੇ ਲਈ ਨੌਜਵਾਨਾਂ ਨੂੰ ਗੁੰਮਰਾਹ ਕਰਦੇ ਨੇ, ਉਹਨਾਂ ਜਿਹੜੇ ਹੋਰ ਸਿੰਗਰ ਨੇ ਉਹਨਾਂ ਨੂੰ ਵੀ ਕੀ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ? ਦੇਖੋ, ਇਹ ਸਿਰਫ ਸਿੰਗਰਸ ਦੀ ਗੱਲ ਨਹੀਂ ਹੈ, ਕਿਉਂਕਿ ਲੋਕ ਵੀ ਸੁਣਦੇ ਆ ਉਹ ਗਾਣੇ ਅਤੇ ਪਸੰਦ ਕਰਦੇ ਆ। ਇਹ ਸਿਰਫ ਇੱਕ ਕਲੈਕਟਿਵ ਰਿਸਪੌਂਸਿਬਿਲਿਟੀ ਮੈਂ ਸਮਝਦੀ ਹਾਂ ਕਿ ਚਾਹੇ ਉਹ ਤੁਸੀਂ ਹੋ, ਚਾਹੇ ਉਹ ਮੀਡੀਆ ਹੈ, ਚਾਹੇ ਉਹ ਆਮ ਪਬਲਿਕ ਹੈ, ਚਾਹੇ ਸੁਸਾਇਟੀ ਹੈ, ਚਾਹੇ ਸਿੰਗਰਸ ਹੈ, ਚਾਹੇ ਮਿਊਜ਼ਿਕ ਇੰਡਸਟਰੀ ਹੈ, ਜਾਂ ਕੋਈ ਐਵੇਂ ਦਾ ਸੈਂਸਰ ਬੋਰਡ ਹੈ, ਸਭ ਦੀ ਕਲੈਕਟਿਵ ਰਿਸਪੌਂਸਿਬਿਲਿਟੀ ਹੈ ਆਪਣੀ ਕਿ ਆਪਾਂ ਐਵੇਂ ਦੇ ਗਾਣੇ ਨੂੰ ਪ੍ਰਮੋਟ ਨਾ ਕਰੀਏ, ਬਲਕਿ ਜੋ ਚੰਗੇ ਗਾਣੇ ਆਉਂਦੇ ਉਹਨਾਂ ਨੂੰ ਪ੍ਰਮੋਟ ਕਰੀਏ। ਔਰ ਇੱਕ ਬੋਰਡ ਵੀ ਮੈਂ ਸਮਝਦੀ ਹਾਂ, ਮੈਨੂੰ ਨਹੀਂ ਪਤਾ ਕਿ ਇਹਨਾਂ ਦਾ ਜੋ ਗਾਣੇ ਮਾਰਕੀਟ 'ਚ ਆਉਂਦੇ ਆ ਉਹਦਾ ਕੋਈ ਫਿਲਟਰ ਹੋ ਕੇ ਆਉਂਦੇ ਆ ਜਾਂ ਕੋਈ ਉਹਨਾਂ ਨੂੰ ਚੈੱਕ ਕਰਦਾ ਜਾਂ ਨਹੀਂ, ਔਰ ਅਗਰ ਕਰਦਾ ਹੈ ਤਾਂ ਇਹ ਉਹਨਾਂ ਦੀ ਬਹੁਤ ਵੱਡੀ ਨੈਗਲੀਜੈਂਸ ਮੈਂ ਕਹੂੰਗੀ। ਔਰ ਅਗਰ ਨਹੀਂ ਕਰਦਾ ਤਾਂ ਇਹ ਜ਼ਰੂਰ ਕਰਨਾ ਚਾਹੀਦਾ ਕਿ ਉਹਨਾਂ ਦੇ ਜੋ ਗਾਣੇ ਉਹ ਕਿਸ ਤਰ੍ਹਾਂ ਦੇ ਮਾਰਕੀਟ ਉਹਦੇ ਵਿੱਚ ਆ ਰਹੇ ਔਰ ਉਹਨਾਂ ਨੂੰ ਕਿਵੇਂ ਫਿਲਟਰ ਕਰਕੇ ਐਡਿਟ ਕਰਕੇ ਪੇਸ਼ ਕੀਤਾ ਜਾਣਾ ਚਾਹੀਦਾ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਫਿਲਟਰ ਹੋ ਕੇ ਆਉਣਾ ਚਾਹੀਦੇ ਨੇ, ਇਸ ਤਰ੍ਹਾਂ ਦਾ ਹਾਲੇ ਤੱਕ ਪੰਜਾਬ ਦੇ ਵਿੱਚ ਕੋਈ ਸੈਂਸਰ ਬੋਰਡ ਜਿਹੜਾ ਹੈਗਾ ਨਹੀਂ ਬਣਿਆ ਹੋਇਆ ਜੋ ਗੀਤਾਂ ਨੂੰ ਫਿਲਟਰ ਕਰੇ, ਗੀਤਾਂ 'ਤੇ ਚੈੱਕ ਰੱਖੇ ਕਿ ਕਿਸ ਤਰ੍ਹਾਂ ਦੇ ਗੀਤ ਮਾਰਕੀਟ ਦੇ ਵਿੱਚ ਰਿਲੀਜ਼ ਕੀਤੇ ਜਾ ਰਹੇ। ਕਿਉਂਕਿ ਅੱਜ ਕੱਲ੍ਹ ਤਾਂ ਬੜਾ ਵਧੀਆ ਆਸਾਨ ਹੋ ਗਿਆ ਤਰੀਕਾ
ਗੀਤ ਰਿਕਾਰਡ ਕਰੋ, ਉਹਨੂੰ ਨਾਲ ਦੀ ਨਾਲ ਜਿਹੜਾ ਹੈਗਾ YouTube 'ਤੇ ਚੜਾ ਦਿਓ, ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈਗੀ। ਤਾਂ ਤੁਸੀਂ ਔਰ ਹੋਰ ਵੀ ਮੇਰੇ ਕੋਲ ਕਾਫੀ ਜਿਹੜੇ ਹੈਗੇ ਬੁੱਧੀਜੀਵੀ ਵਰਗ ਹੈ, ਉਹਨਾਂ ਨੇ ਦੀਆਂ ਇਹ ਸਿਫਾਰਿਸ਼ਾਂ ਆਉਂਦੀਆਂ ਹੈਗੀਆਂ ਨੇ ਕਿ ਸੈਂਸਰ ਬੋਰਡ ਹੋਣਾ ਚਾਹੀਦਾ ਹੈ, ਜੋ ਗੀਤ ਆ ਸੈਂਸਰ ਹੋਣੇ ਚਾਹੀਦੇ ਨੇ। ਕਿ ਤੁਸੀਂ ਵੀ ਮਤਲਬ ਇਹ ਡਿਮਾਂਡ ਕਰਦੇ ਹੋ ਮਤਲਬ ਜਿਹੜਾ ਹੈਗਾ ਵੀ ਸੈਂਸਰ ਹੋਣੇ ਚਾਹੀਦੇ ਨੇ ਗੀਤ ਸਾਰੇ? ਹਾਂਜੀ ਬਿਲਕੁਲ, ਆਪਣੀਆਂ ਮੂਵੀਜ਼ ਲਈ ਵੀ ਸੈਂਸਰ ਬੋਰਡ ਬਣਿਆ ਹੋਇਆ, ਉਹਨਾਂ ਨੂੰ ਵੀ ਉਹ ਪੂਰਾ ਚੈੱਕ ਕਰਕੇ ਐਡਿਟ ਕਰਕੇ ਪੇਸ਼ ਕਰਦੇ ਆ। ਔਰ ਜੋ ਗਾਣੇ ਆ ਮੇਰੇ ਖਿਆਲ 'ਚ ਇਟਸ ਹਾਈ ਟਾਈਮ ਕਿ ਇਹਨਾਂ ਦਾ ਵੀ ਇੱਕ ਬੋਰਡ ਹੋਣਾ ਚਾਹੀਦਾ ਕਿ ਕਿਵੇਂ ਦੇ ਗਾਣੇ ਤੁਸੀਂ ਪੇਸ਼ ਕਰ ਰਹੇ ਹੋ। ਔਰ ਸਿਰਫ ਸਿੱਧੂ ਦੇ ਗੱਲ ਨਹੀਂ ਆਪਾਂ ਕਰਦੇ, ਆਪਾਂ ਹੋਰ ਵੀ ਬਹੁਤ ਸਾਰੇ ਸਿੰਗਰਸ ਹੈ ਜੋ ਸਿਰਫ ਹਥਿਆਰਾਂ ਦੀ ਨਹੀਂ, ਬਹੁਤ ਸਾਰੇ ਨਸ਼ਿਆਂ ਦੀ ਵੀ ਗੱਲ ਕਰਦੇ ਆ ਜਾਂ ਐਵੇਂ ਦੇ ਟੌਪਿਕਸ ਜਾਂ ਐਵੇਂ ਦੇ ਮੁੱਦੇ ਚੱਕਦੇ ਆ ਜੋ ਕਿ ਸਹੀ ਨਹੀਂ ਹੈ। ਇਹਦੇ ਉਲਟ ਮੈਂ ਕਹੂੰਗੀ ਕਿ ਜਿਸ ਤਰ੍ਹਾਂ ਹੁਣ ਇੱਕ ਗਾਣਾ ਆਇਆ ਬੰਬੀਹਾ ਬੋਲੇ, ਜੋ ਇੱਕ ਯੰਗ ਮੁੰਡਿਆਂ ਨੇ ਮਿਲ ਕੇ ਬਣਾਇਆ ਹੈਗਾ, ਉਵੇਂ ਦੇ ਗਾਣੇ ਕਿਉਂ ਨਹੀਂ ਸ਼ੇਅਰ ਕਰਦੇ ਲੋਕ? ਉਹਨਾਂ 'ਚ ਲੋਕਾਂ ਵਿੱਚ ਵੀ ਕਮੀ ਹੈ ਕਿ ਅਗਰ ਤੁਸੀਂ 1 ਮਿੰਟ ਜਾਂ 1 ਘੰਟੇ ਵਿੱਚ ਸਿੱਧੂ ਮੂਸੇਵਾਲੇ ਦੇ ਗਾਣੇ ਨੂੰ ਇੰਨੇ ਲਾਈਕਸ ਦੇ ਰਹੇ ਹੋ ਤਾਂ ਤੁਸੀਂ ਉਸ ਗਾਣੇ ਨੂੰ ਕਿਉਂ ਨਹੀਂ ਇੰਨਾ ਪਸੰਦ ਕਰ ਰਹੇ? ਸੋ ਕਮੀ ਦੋਨਾਂ ਪਾਸਿਆਂ ਤੋਂ ਹੈ ਔਰ ਆਈ ਥਿੰਕ ਸਾਰਿਆਂ ਨੂੰ ਹੀ ਇਸ ਬਾਰੇ ਸੋਚਣ ਦੀ ਲੋੜ ਹੈ, ਡੂੰਘਾ ਸੋਚਣ ਦੀ ਲੋੜ ਹੈ ਕਿ ਆਪਾਂ ਆਪਣੇ ਯੂਥ ਨੂੰ ਕਿਸ ਤਰ੍ਹਾਂ ਦਾ ਮੈਸੇਜ ਦੇ ਰਹੇ ਔਰ ਕਿਸ ਰਸਤੇ 'ਤੇ ਪਾਉਣ ਲਈ ਆਪਾਂ ਉਹਨਾਂ ਨੂੰ ਮੋਟੀਵੇਟ ਕਰ ਰਹੇ ਹਾਂ। ਇਹ ਸੀਗੇ ਅਵਨੀਤ ਸਿੱਧੂ ਜੀ, ਜਿਹਨੇ ਓਲੰਪੀਅਨ ਨੇ ਔਰ ਅਰਜੁਨਾ ਅਵਾਰਡ ਵਿਨਰ ਹੈਗੇ ਨੇ ਔਰ ਪੁਲਿਸ ਦੇ ਵਿੱਚ ਜੋ ਹੈਗੇ ਨੇ ਬਤੌਰ SSP ਸੇਵਾਵਾਂ ਨਿਭਾ ਰਹੇ ਨੇ। ਇਹਨਾਂ ਨੇ ਬੜੇ ਹੀ ਖੁੱਲ੍ਹੇ ਵਿਚਾਰਾਂ ਦੇ ਨਾਲ ਸਿੱਧੂ ਮੂਸੇਵਾਲਾ ਔਰ ਹੋਰ ਜਿਹੜੇ ਇਸ ਤਰ੍ਹਾਂ ਦੇ ਗਾਇਕ ਨੇ ਜੋ ਰਾਈਫਲਾਂ ਦੀ ਬੰਦੂਕਾਂ ਦੀ ਗਾਇਕੀ ਕਰਦੇ ਨੇ, ਉਹਨਾਂ ਨੂੰ ਵੀ ਮੈਸੇਜ ਦਿੱਤਾ ਹੈ। ਹੁਣ ਜਿਹੜਾ ਇਹਨਾਂ ਨੇ ਸਿੱਧੂ ਮੂਸੇਵਾਲਾ ਦਾ ਜੋ ਗੀਤ ਸੀਗਾ, ਕੇਸ ਹੁੰਦੇ ਨੇ ਮਰਦਾਂ 'ਤੇ, ਕੇਸ ਮਰਦਾਂ 'ਤੇ ਨਹੀਂ ਹੁੰਦੇ, ਕੇਸ ਜਿਹੜੇ ਹੈਗੇ ਨੇ ਉਹ ਹਮੇਸ਼ਾ ਸਮਗਲਰਾਂ 'ਤੇ, ਬਲੈਕੀਆਂ 'ਤੇ, ਗਲਤ ਬੰਦਿਆਂ 'ਤੇ ਹੁੰਦੇ ਨੇ। ਜਿਹੜੇ ਅਸਲੀ ਮਰਦ ਹੁੰਦੇ ਨੇ ਉਹ ਜਿਹੜੇ ਅੱਛੇ ਨਾਗਰਿਕ ਬਣ ਕੇ ਦਿਖਾਉਂਦੇ ਨੇ। ਤਾਂ ਇਸ ਜਿਹੜਾ ਮੁਲਾਕਾਤ ਦੇ ਵਿੱਚ ਇਹ ਵੀ ਗੱਲ ਉੱਭਰ ਕੇ ਸਾਹਮਣੇ ਆਈ ਹੈਗੀ ਹੈ, ਜੋ ਸਹੀ ਮਰਦ ਹੁੰਦੇ ਨੇ ਉਹ ਲੋਕਾਂ ਨੂੰ ਸਿੱਧੇ ਰਾਹ ਪਾਉਂਦੇ ਨੇ ਔਰ ਸਮਾਜ ਦੀ ਭਲਾਈ ਦੇ ਲਈ ਕੰਮ ਕਰਦੇ ਨੇ। ਉਹ ਲੋਕਾਂ ਨੂੰ ਇਹ ਨਹੀਂ ਪ੍ਰਮੋਟ ਕਰਦੇ ਕਿ ਤੁਸੀਂ ਆਪਣੀ ਗਨ ਲੈ ਕੇ ਜਿਹੜਾ ਹੈਗਾ ਉਹ ਬਾਜ਼ਾਰ ਦੇ ਵਿੱਚ ਨਿਕਲ ਜਾਓ ਜਾਂ ਤੁਸੀਂ ਉੱਥੇ ਫਾਇਰਿੰਗ ਕਰੋ, ਤਾਂ ਜਿਹੜਾ ਹੈਗਾ ਗਲਤ ਮੈਸੇਜ ਲੋਕਾਂ ਨੂੰ, ਯੂਥ ਨੂੰ ਗੁੰਮਰਾਹ ਕਰੋ। ਇਸ ਤਰ੍ਹਾਂ ਦੇ ਉਹ ਮਰਦ ਨਹੀਂ ਹੁੰਦੇ, ਉਹ ਗਲਤ ਅਨਸਰ ਹੁੰਦੇ ਨੇ ਜਿਨ੍ਹਾਂ ਦੇ ਖਿਲਾਫ ਸਮੇਂ-ਸਮੇਂ 'ਤੇ ਕਾਰਵਾਈ ਹੁੰਦੀ ਵੀ ਰਹਿੰਦੀ ਹੈ ਔਰ ਹੁੰਦੀ ਵੀ ਰਹਿਣੀ ਹੈ। ਦੈਨਿਕ ਜਾਗਰਣ ਦੇ ਲਈ ਗੁਰਪ੍ਰੇਮ ਲਹਿਰੀ, ਬਠਿੰਡਾ।